प्यारे किसान वीरों, मैं हाँ रणजीत सिंह चौहान ते लैके हाज़र हाँ तुहाडे लई तुहाडा मनपसंद प्रोग्राम मेरा पिंड मेरे खेत। दोस्तों, सियाणे कहंदे ने एक एक ते दो 11 यही रोल अदा करदियां ने साडीਆਂ सहकारी सभावां जो पिंडां दे विच बणीਆਂ ਹਨ। भावें किसान वीर नूं किसी भी चीज़ की लोड़ है, भावें उन्हें किसी चीज़ की मार्केटिंग करनी है, इकट्ठे होकर एक प्लेटफॉर्म के उत्ते सहकारी सभावां ये रोल अदा करदियां ने। चाहे किसान वीर नूं मशीनरी की लोड़ है, बीज खाद ते भावें दवाइयां की लोड़ है, सारा कुछ एक प्लेटफॉर्म पर लिया के उन्होंने अगे वंडिया जाता। जो जोड़ा भी उहदे विचों मुनाफा हुंदा वो सारे मैंबरां दे विच वंड दिता जाता। सो साडा विशा भी अज दा इहो जिहा ही है कि सहकारी सभावां वल्लों किसानां लई सहूलतां। इसे विषय ते अज असीं जानकारी हासिल करांगे। जानकारी देण लई स्टूडियो दे विच सद्दा दिता है। मेरे नाल बैठे ने सरदार इंद्रराज सिंह बैंस जी, जिहड़े डिप्टी रजिस्ट्रार ने नवां शहर तो यह तशरीफ लैके आए ने। सो इन्हां तो असीं इस विषय ते जानकारी हासिल करांगे। किसान वीरों, तुसीं भी साडे नाल जुड़ सकदे हो साडे फोन नंबर दे राहीं। फोन नंबर है 0181 281 42 61। दूसरा फ़ोन नंबर है 0181 281 42 64। सानू तुहाडीआं फ़ोन कॉल्स का इंतजार रहूगा। उन्ना चिर आए हुए मेहमान तो इस विषय संबंधी जानकारी लैनी शुरू करते हैं। बैन साहब, तुहाडा स्वागत है साडे प्रोग्राम मेरा पिंड मेरे खेत दे विच। सब तो पहला मैं तुहानू ये पुछना चाहूँगा कि सहकारता दा किसानी दे विच की योगदान है? जवान साहब, जिस तरह तुसीं जाणदे हो कि किसानां लई सहकारता एक वरदान है जी। हर ਜਿਹੜੇ ਪਿੰਡ ਦੇ ਵਿੱਚ ਸਾਡੀ ਇੱਕ ਸਹਿਕਾਰੀ ਸਭਾ ਹੈ ਜੀ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇਸ ਵੇਲੇ ਕੋਈ 3800 ਤੇ 39 ਸਹਿਕਾਰੀ ਸਭਾਵਾਂ ਹਨ ਜੋ ਕਿ ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਦੀ ਜ਼ਰੂਰਤ ਦੇ ਅਨੁਸਾਰ ਹਰ ਚੀਜ਼ ਜੋ ਛੋਟੀ ਤੋਂ ਵੱਡੀ ਹੈਗੀ ਹੈ, ਈਵਨ ਜੇ ਕਹਿ ਲਓ ਵੀ ਸੂਈ ਤੋਂ ਲੈ ਕੇ ਖੁਰਪੇ ਕਈਆਂ ਤੱਕ ਵੀ ਅਸੀਂ ਜਿਹੜੇ ਸਹਿਕਾਰੀ ਸਭਾਵਾਂ ਰਾਹੀਂ ਸਪਲਾਈ ਕਰਨੀ ਸ਼ੁਰੂ ਕੀਤੀ ਹੈ। ਖਾਦ ਕੀੜੇਮਾਰ ਦਵਾਈਆਂ ਤੇ ਪਹਿਲਾਂ ਹੀ ਸਪਲਾਈ ਕਰਦੇ ਸੀ, ਜ਼ਰੂਰੀ ਵਸਤਾਂ ਵੀ ਪਹਿਲੇ ਸਪਲਾਈ ਕਰਦੇ ਸੀ, ਲੇਕਿਨ ਜਿਹੜੀ ਐਗਰੀਕਲਚਰ ਮਸ਼ੀਨਰੀ ਦੇ ਖੇਤਰ ਦੇ ਵਿੱਚ ਵੀ ਅਸੀਂ ਕਿਸਾਨਾਂ ਨੂੰ ਕਰਜ਼ੇ ਤੋਂ ਬਚਾਉਣ ਦੇ ਲਈ ਇੱਕ ਬਹੁਤ ਵੱਡਾ ਯੋਗਦਾਨ ਪਾਇਆ ਔਰ ਕਿਸਾਨਾਂ ਨੂੰ ਸਸਤੀਆਂ ਦਰਾਂ ਦੇ ਉੱਤੇ, ਜੋ ਕਿ ਬਿਲਕੁਲ ਵਾਜਬ ਦਰਾਂ ਦੇ ਉੱਤੇ ਅਸੀਂ ਮਸ਼ੀਨਰੀ ਜਿਹੜੀ ਕਿਰਾਏ ਤੇ ਜਿਹੜੀ ਸਹਿਕਾਰੀ ਸਭਾਵਾਂ ਰਾਹੀਂ ਕਿਸਾਨਾਂ ਨੂੰ ਦਿੰਦੇ ਹਾਂ ਤਾਂ ਜੋ ਉਹ ਕਰਜ਼ੇ ਦੇ ਬੋਝ ਥੱਲੇ ਨਾ ਆਉਣ। ਇਸ ਤੋਂ ਇਲਾਵਾ ਕਿਸਾਨਾਂ ਨੂੰ ਅਸੀਂ ਕੈਟਲ ਫੀਡ ਜਿਹੜੀ ਸ਼ਾਰਟ ਟਰਮ ਕ੍ਰੈਡਿਟ ਦੇ ਵਿੱਚ, ਈਵਨ ਮੀਡੀਅਮ ਟਰਮ ਲੋਨ ਦੇ ਵਿੱਚ ਵੀ ਦਿੰਦੇ ਹਾਂ ਔਰ ਸਹਿਕਾਰੀ ਬੈਂਕਾਂ ਰਾਹੀਂ ਜਿਹੜੀਆਂ ਵੱਖ-ਵੱਖ ਸਕੀਮਾਂ ਨੇ ਉਹਨਾਂ ਦੇ ਵਿੱਚ ਅਸੀਂ ਡੇਅਰੀ ਫਾਰਮ ਦੇ ਵਿੱਚ ਵੀ ਅਸੀਂ ਕਾਫੀ ਤਰ੍ਹਾਂ ਦੇ ਜਿੰਨੀਆਂ ਵੀ ਕਰਜ਼ੇ ਸਹਿਕਾਰੀ ਸਭਾਵਾਂ ਵੱਲੋਂ ਜਾਂ ਕਿਸਾਨਾਂ ਨੂੰ ਲੋੜ ਹੁੰਦੀ ਹੈ ਉਹਦੇ ਹਿਸਾਬ ਦੇ ਨਾਲ ਅਸੀਂ ਡੇਅਰੀ ਲੋਨਸ ਵੀ ਦਿੰਦੇ ਹਾਂ ਔਰ ਹਰ ਤਰ੍ਹਾਂ ਦੀ ਜਿਹੜੀ ਜ਼ਰੂਰਤ ਹੁੰਦੀ ਹੈ ਕਿਸਾਨਾਂ ਦੀ ਉਹ ਸਹਿਕਾਰੀ ਸਭਾਵਾਂ ਰਾਹੀਂ ਪੂਰੀ ਕੀਤੀ ਜਾਂਦੀ ਹੈ। ਜੇ ਵੀ ਜਿਸ ਤਰ੍ਹਾਂ ਦੀ ਵੀ ਲੋੜ ਹੋਵੇ ਅਸੀਂ ਉਸ ਤਰ੍ਹਾਂ ਦੀ ਉਹਨਾਂ ਦੀ ਪੂਰੀ ਕਰਦੇ ਨੇ, ਜਿਸ ਤਰ੍ਹਾਂ ਦੀ ਮੰਗ ਹੋਵੇ ਉਸ ਤਰ੍ਹਾਂ ਦੀ ਪੂਰੀ ਹੋ ਜਾਂਦੀ ਹੈ। ਬਿਲਕੁਲ ਬੈਂਸ ਸਾਹਿਬ, ਬਹੁਤ ਵਧੀਆ ਤੁਸੀਂ ਦੱਸਿਆ ਕਿ ਜੇ ਭਾਵੇਂ ਕਿਸਾਨ ਵੀਰ ਨੂੰ ਸੂਈ ਚਾਹੀਦੀ ਹੈ ਤੇ ਭਾਵੇਂ ਵੱਡੇ ਤੋਂ ਵੱਡੀ ਮੱਝ ਚਾਹੀਦੀ ਹੈ ਤੇ ਚਾਹੇ ਵੱਡੀ ਤੋਂ ਵੱਡੀ ਮਸ਼ੀਨਰੀ ਚਾਹੀਦੀ ਹੈ, ਇਹਦੇ ਵਿੱਚ ਜਿਹੜੀ ਸਹਿਕਾਰਤਾ ਬਹੁਤ ਵੱਡਾ ਰੋਲ ਅਦਾ ਕਰ ਰਹੀ ਹੈ। ਕਿਸਾਨ ਵੀਰੋ, ਦੇਖੋ ਬਹੁਤ ਵਧੀਆ ਗੱਲ ਆ, ਪਿੰਡਾਂ ਦੇ ਵਿੱਚ ਸਾਡੇ ਸਹਿਕਾਰੀ ਸਭਾਵਾਂ ਬਣੀਆਂ, ਸਾਨੂੰ ਇਹਨਾਂ ਦਾ ਫਾਇਦਾ ਲੈਣਾ ਚਾਹੀਦਾ। ਬੈਂਸ ਸਾਹਿਬ, ਆਪਾਂ ਸਾਡੀ ਕਿਸਾਨ ਵੀਰਾਂ ਨੂੰ ਇਹ ਸਕੀਮਾਂ ਦੱਸੀਏ ਕਿਹੜੀਆਂ-ਕਿਹੜੀਆਂ ਚੱਲਦੀਆਂ ਤੁਹਾਡੀਆਂ? ਹਾਂ, ਸਾਡੀਆਂ ਸਕੀਮਾਂ ਇਸ ਵੇਲੇ ਜਿਹੜੀਆਂ ਚੱਲ ਰਹੀਆਂ, ਪਹਿਲੇ ਤੇ ਸਾਡੀ ਜਿਹੜੀ ਕਿਸਾਨ ਕ੍ਰੈਡਿਟ ਕਾਰਡ ਸਕੀਮ ਹੈ ਜੀ। ਕਿਸਾਨ ਕ੍ਰੈਡਿਟ ਕਾਰਡ ਸਕੀਮ ਦੇ ਵਿੱਚ ਅਸੀਂ ਜਿਹੜੀ ਕ੍ਰੌਪ ਲੋਨਸ ਦਿੰਦੇ ਹਾਂ, ਜਿੰਨਾ ਵੀ ਕੋਈ ਜ਼ਮੀਨ ਕਿਸਾਨ ਦੇ ਕੋਲ ਹੈਗੀ ਆ ਉਹਦੇ ਹਿਸਾਬ ਦੇ ਨਾਲ ਅਸੀਂ ਉਹਦੀ ਲਿਮਿਟ ਫਿਕਸ ਕਰ ਦਿੰਦੇ ਹਾਂ ਔਰ ਜਿੰਨੀ ਵਾਰੀ ਵੀ ਮਰਜ਼ੀ ਆਵੇ ਉਹ ਸਹਿਕਾਰੀ ਸਭਾ ਵਿੱਚ ਆਵੇ, ਬੈਂਕ ਦੇ ਕੋਲੋਂ ਜਿੰਨਾ ਵੀ ਉਹ ਕਰਜ਼ਾ ਲੈਣਾ ਚਾਹੁੰਦਾ ਉਹਦੀ ਕ੍ਰੌਪ ਦੇ ਹਿਸਾਬ ਦੇ ਨਾਲ ਅਸੀਂ ਉਹਨੂੰ ਫਿਕਸ ਕਰਕੇ ਲੈ ਸਕਦਾ, ਜਿੰਨੀ ਵਾਰੀ ਮਰਜ਼ੀ ਆਵੇ, ਭਾਵੇਂ ਉਹ 10 ਵਾਰੀ ਆਵੇ ਚਾਹੇ 20 ਵਾਰੀ ਆਵੇ ਮਹੀਨੇ 'ਚ। ਇਹਦੇ ਵਿੱਚ ਕਿਸਾਨ ਨੂੰ ਜਿਹੜਾ ਰੇਟ ਆਫ ਇੰਟਰਸਟ ਹੈ ਜਿਹੜਾ 7% ਰੇਟ ਆਫ ਇੰਟਰਸਟ ਲਿਆ ਜਾਂਦਾ ਔਰ 3% ਜਿਹੜਾ ਗੁੱਡ ਪੇ ਮਾਸਟਰਸ ਨੇ ਉਹਨਾਂ ਨੂੰ ਰੀਇੰਬਰਸ ਹੋ ਜਾਂਦਾ। ਵੱਧ ਤੋਂ ਵੱਧ ਵਿੱਚ ਕਿੰਨਾ ਲੋਨ? ਵੱਧ ਤੋਂ ਵੱਧ ਦਾ ਜਿਹੜਾ ਸਾਡੀਆਂ ਸਹਿਕਾਰੀ ਸਭਾਵਾਂ ਰਾਹੀਂ ਅਸੀਂ ਕਿਸਾਨਾਂ ਨੂੰ ਜਿਹੜਾ ਇਹਦੇ ਵਿੱਚ ਪਹਿਲਾਂ ਲਿਮਿਟ ਹੁੰਦੀ ਸੀ, ਹੁਣ ਕੋਈ ਲਿਮਿਟ ਨਹੀਂ ਹੈ। ਪਹਿਲੇ 8 ਲੱਖ ਲਿਮਿਟ ਹੁੰਦੀ ਸੀ ਉਹਦੀ, ਤੇ ਹੁਣ ਕਿਉਂਕਿ ਜਿੰਨੀ ਵੀ ਜ਼ਮੀਨ ਹੈਗੀ ਉਹਦੇ ਹਿਸਾਬ ਨਾਲ ਅਸੀਂ ਉਹਨੂੰ ਲੋਨ ਦੇ ਦਿੰਦੇ ਹਾਂ ਜੀ। ਸੋ ਕਿਸਾਨ ਵੀਰੋ, ਕਿਸੇ ਵੀ ਚੀਜ਼ ਤੇ ਤੁਹਾਨੂੰ ਚਾਹੀਦੀ ਹੈ, ਤੁਹਾਨੂੰ ਤੁਸੀਂ ਉਹ ਖਰੀਦਣੀ ਹੈ, ਸਹਿਕਾਰੀ ਸਭਾ ਦੇ ਕੋਲੋਂ ਲੋਨ ਲਓ ਤੇ ਬੈਂਕ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ। ਮੇਰਾ ਖਿਆਲ ਬੈਂਕਾਂ ਵੀ ਤੁਹਾਡੀਆਂ ਆਪਣੀਆਂ ਬਣੀਆਂ ਹੋਈਆਂ ਸਾਡੀਆਂ ਸਹਿਕਾਰੀ ਸਭਾਵਾਂ ਦੇ ਨਾਲ ਜੁੜੀਆਂ ਹੋਈਆਂ ਨੇ। ਹਾਂ, ਬਿਲਕੁਲ। ਉਹਨਾਂ ਤੋਂ ਲੋਨ ਲੈ ਕੇ ਕਿਸਾਨ ਵੀਰ ਆਪਣਾ ਜਿਹੜਾ ਕੰਮ ਆ ਉਹ ਸਾਰ ਸਕਦੇ ਆ। ਸੋ ਬਹੁਤ ਵਧੀਆ ਕਿਸਾਨ ਕ੍ਰੈਡਿਟ ਕਾਰਡ ਸਕੀਮ ਤੁਸੀਂ ਜਿਹੜੀ ਚਲਾਈ ਹੀ ਹੈ। ਆਪਾਂ ਅਗਲੀ ਸਕੀਮ ਦੀ ਗੱਲ ਕਰੀਏ। ਸਾਡੇ ਪੰਜਾਬ ਦੇ ਵਿੱਚ ਬੇਰੁਜ਼ਗਾਰ ਨੌਜਵਾਨ ਬਹੁਤ ਜ਼ਿਆਦਾ ਨੇ, ਤੁਹਾਡੀ ਸਕੀਮ ਆਲਰੇਡੀ ਚੱਲ ਰਹੀ ਹੈ, ਕਿਸਾਨ ਐਗਰੋ ਸਰਵਿਸ ਸੈਂਟਰ ਸਕੀਮ। ਰਾਈਟ। ਜਿਹੜੇ ਇਹ ਨੌਜਵਾਨ ਨੇ ਇਹਨਾਂ ਨੇ ਪਿੰਡਾਂ ਦੇ ਵਿੱਚ ਇਹੋ ਜਿਹੇ ਸੈਂਟਰ ਖੋਲ੍ਹਣੇ ਹੋਣ, ਥੋੜ੍ਹਾ ਜਿਹਾ ਵਿਸਥਾਰ ਨਾਲ ਇਹਨਾਂ ਨੂੰ ਆਪਾਂ ਦੱਸੀਏ ਕਿ ਇਹ ਕੀ ਚੀਜ਼ ਹੈ। ਜਵਾਨ ਸਾਹਿਬ, ਜਿਸ ਤਰ੍ਹਾਂ ਕਿਸਾਨ ਐਗਰੋ ਸਰਵਿਸ ਸੈਂਟਰ ਹੈ, ਇਹਦੇ ਵਿੱਚ ਜਿਹੜੇ ਅਸੀਂ ਜਿਹੜੀ ਕਿਸਾਨਾਂ ਨੂੰ ਜੋ ਲੋੜੀਂਦੀ ਮਸ਼ੀਨਰੀ ਆ, ਜਿਸ ਤਰ੍ਹਾਂ ਦੀ ਵੀ ਉਹਨਾਂ ਨੂੰ ਲੇਟੈਸਟ ਟੈਕਨੋਲੋਜੀ ਦੀ ਮਸ਼ੀਨਰੀ ਦੀ ਲੋੜ ਹੁੰਦੀ ਆ,
ਇਲਾਕੇ ਦੀ ਲੋੜ ਦੇ ਹਿਸਾਬ ਦੇ ਨਾਲ ਅਸੀਂ ਉਹ ਉਹਨਾਂ ਨੂੰ ਫਾਰਮਰਸ ਕਮਿਸ਼ਨ ਰਾਹੀਂ ਦਵਾਉਂਦੇ ਹਾਂ। ਔਰ ਫਾਰਮਰਸ ਕਮਿਸ਼ਨ ਰਾਹੀਂ ਮੈਕਸਿਮਮ ਜਿਹੜੀ 15 ਲੱਖ ਤੱਕ ਜਿਹੜੀ ਮਸ਼ੀਨਰੀ ਜਿਹੜੀ ਸਹਿਕਾਰੀ ਸਭਾ ਲੈ ਸਕਦੀ ਆ। ਔਰ ਇਹਦੇ ਵਿੱਚ 40% ਜਿਹੜੀ ਫਾਰਮਰਸ ਕਮਿਸ਼ਨ ਦੁਆਰਾ ਸਬਸਿਡੀ ਵੀ ਦਿੱਤੀ ਜਾਂਦੀ ਹੈ। ਔਰ ਇਸ ਵੇਲੇ ਜਿਹੜੇ ਪੰਜਾਬ ਦੇ ਵਿੱਚ ਜਿਹੜੀਆਂ 1328 ਸਹਿਕਾਰੀ ਸਭਾਵਾਂ ਜਿਹੜੀਆਂ ਇਸ ਸਕੀਮ ਦੇ ਅਧੀਨ ਕਵਰ ਕੀਤੀਆਂ। ਔਰ ਅਸੀਂ ਜਿਹੜੇ ਇਹ ਕਿਸਾਨ ਐਗਰੋ ਸਰਵਿਸ ਸੈਂਟਰ ਬਣਾਏ ਨੇ, ਇਹਨਾਂ ਦੇ ਵਿੱਚ ਜਿਹੜਾ 6 ਲੱਖ ਪਰ ਸੁਸਾਇਟੀ ਤੱਕ ਬੈਨੀਫਿਟ ਜਿਹੜਾ ਇਹ ਜਿਹੜੀ ਸੁਸਾਇਟੀ ਲੈ ਸਕਦੀ ਹੈ। ਔਰ ਇਸ ਸਕੀਮ ਦੇ ਵਿੱਚ 2 ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਨੇ। ਇੱਕ ਤੇ ਨੰਬਰ 1 ਤੇ ਟਰੈਕਟਰ ਔਰ ਲੇਜ਼ਰ ਲੈਵਲਰ, ਇਹ ਲੈਣਾ ਜ਼ਰੂਰੀ ਆ। ਬਾਕੀ ਆਈਟਮਸ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਕਿਸਾਨ ਜਿਹੜੀਆਂ ਆਪਣੀ ਆਪਸ਼ਨ ਦੇ ਹਿਸਾਬ ਨਾਲ ਇਲਾਕੇ ਦੀ ਜ਼ਰੂਰਤ ਦੇ ਹਿਸਾਬ ਨਾਲ ਲੈ ਸਕਦੇ ਆ। ਔਰ ਕਿਸਾਨਾਂ ਨੂੰ ਵੀ ਫਾਇਦਾ ਹੁੰਦਾ ਔਰ ਜਿਹੜੀ ਐਮਪਲੋਇਮੈਂਟ ਵੀ ਦੂਰ ਹੁੰਦੀ ਆ। ਸਾਡੇ ਕੋਲ ਇਸ ਵੇਲੇ 1328 ਤੋਂ ਵਾਧੂ ਡਰਾਈਵਰਸ ਵੀ ਨੇ ਔਰ ਉਹਨਾਂ ਨੂੰ ਵੀ ਕਿੱਤਾ ਮਿਲਿਆ। ਬਿਲਕੁਲ ਜੀ, ਜਿਹੜੀਆਂ ਮਸ਼ੀਨਾਂ ਆਪਾਂ ਖਰੀਦੀਆਂ ਉਹਨਾਂ ਦੇ ਲਈ ਚਲਾਉਣ ਲਈ ਵੀ ਤਾਂ ਸਾਨੂੰ ਬੰਦੇ ਚਾਹੀਦੇ ਆ। ਕਿਸਾਨਾਂ ਨੂੰ ਆਪਣੀ ਜਿਹੜੀ ਫੋਨ ਕਾਲ ਦੇ ਉੱਤੇ ਹੀ ਜਿਹੜੀ ਮਸ਼ੀਨਰੀ ਘਰ ਪਹੁੰਚ ਜਾਂਦੀ ਆ ਔਰ ਖੇਤ ਵਗ ਜਾਂਦੇ ਨੇ। ਕਿੰਨੀ ਵੱਡੀ ਸਹੂਲਤ ਆ। ਆਪਣੇ ਕੋਈ ਉਹਨਾਂ ਨੂੰ ਟਾਈਮ ਨਹੀਂ ਵੇਸਟੇਜ ਨਹੀਂ, ਕੋਈ ਮਸ਼ੀਨਰੀ ਵੱਲ ਆਪਣੀ ਵੱਲ। ਬੈਂਸ ਸਾਹਿਬ, ਇੱਥੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਕਿ ਕੀ ਇਹ ਜਿਹੜਾ ਸਿਸਟਮ ਹੈ, ਜਿਹੜਾ ਇਹ ਤੁਹਾਡਾ ਕਿਸਾਨ ਐਗਰੋ ਸਰਵਿਸ ਸੈਂਟਰ ਹੈ, ਸਿਰਫ ਸੁਸਾਇਟੀਆਂ ਲਈ ਹੈ? ਕੋਈ ਪ੍ਰਾਈਵੇਟ ਅਦਾਰਾ ਜਾਂ ਪ੍ਰਾਈਵੇਟ ਪਿੰਡ ਦੇ ਵਿੱਚ ਕੋਈ ਖੋਲ੍ਹਣਾ ਚਾਹੇ ਉਹਦੇ ਲਈ ਇਹ ਕੋਈ ਤੁਹਾਡੇ ਨੌਲੇਜ ਹੋਵੇ? ਨਹੀਂ, ਸਾਡੇ ਕੋਲ ਤੇ ਕਿਉਂਕਿ ਅਸੀਂ ਤੇ ਆਪਣੇ ਡਿਪਾਰਟਮੈਂਟ ਦੇ ਥਰੂ ਹੀ ਸਾਰਾ ਜਿਹੜਾ ਡਿਪਾਰਟਮੈਂਟਲ ਨੂੰ ਹੀ ਅਸੀਂ ਇਸ ਪ੍ਰਮੋਟ ਕਰਦੇ ਹਾਂ। ਬਾਕੀ ਜੋ ਵੀ ਗਵਰਨਮੈਂਟ ਦੀ ਪਾਲਿਸੀ ਹੈ ਉਹ ਗਵਰਨਮੈਂਟ ਦੇ ਹਿਸਾਬ ਦੇ ਨਾਲ ਉਹ ਐਗਰੀਕਲਚਰ ਡਿਪਾਰਟਮੈਂਟ ਵਾਲੇ ਸਾਰਾ ਇਸ ਬਾਰੇ ਡਿਟੇਲ ਦੱਸ ਸਕਦੇ, ਲੈ ਸਕਦੇ ਨੇ। ਵੈਸੇ ਹੈ ਦੂਸਰੇ ਪ੍ਰਾਈਵੇਟ ਵੀ ਬਣਾ ਸਕਦੇ ਨੇ। ਬਿਲਕੁਲ ਜੀ, ਫਾਰਮਰਸ ਕਮਿਸ਼ਨ ਜੋ ਹੈ ਸਾਡਾ ਉਹ ਇਹਦੇ ਉੱਤੇ ਲੋਨ ਦਿੰਦਾ। 15 ਲੱਖ ਤੱਕ ਲੋਨ ਕਿਸਾਨ ਵੀਰੋ ਤੁਸੀਂ ਲੈ ਸਕਦੇ ਹੋ। ਹੁਣੇ ਦੱਸਿਆ ਬੈਂਸ ਸਾਹਿਬ ਉਹਨਾਂ ਨੇ 15 ਲੱਖ ਦੇ ਵਿੱਚ ਲੇਜ਼ਰ ਲੈਵਲਰ ਤੇ ਟਰੈਕਟਰ ਲੈਣਾ ਬਹੁਤ ਜ਼ਰੂਰੀ ਹੈ ਤੇ ਬਾਕੀ ਦੀ ਮਸ਼ੀਨਰੀ ਆਪਣੇ ਇਲਾਕੇ ਦੇ ਹਿਸਾਬ ਦੇ ਨਾਲ ਤੁਸੀਂ ਲੈ ਸਕਦੇ ਹੋ ਜਿਹਦੀ ਤੁਹਾਨੂੰ ਲੋੜ ਹੈ। ਸੋ ਬਹੁਤ ਵਧੀਆ ਇਹ ਸਰਵਿਸ ਸੈਂਟਰ ਨੇ ਜਿਹੜੇ ਚੱਲ ਰਹੇ ਨੇ। ਸੋ ਬੈਂਸ ਸਾਹਿਬ, ਇੱਕ ਫੋਨ ਕਾਲਰ ਆਪਣੇ ਜੁੜੇ ਨੇ, ਲੈ ਲਈਏ ਪਹਿਲਾਂ ਫੋਨ ਕਾਲ। ਹੈਲੋ। ਹੈਲੋ। ਹਾਂਜੀ ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਮੈਂ ਜਸਵੀਰ ਸਿੰਘ ਬੋਲਦਾ ਜੀ, ਪਿੰਡ ਭਾਈਕਾ, ਡਿਸਟ੍ਰਿਕਟ ਗੁਰਦਾਸਪੁਰ ਤੋਂ। ਸਵਾਗਤ ਹੈ ਜੀ ਤੁਹਾਡਾ ਜਸਵੀਰ ਸਿੰਘ ਜੀ ਪ੍ਰੋਗਰਾਮ ਦੇ ਵਿੱਚ। ਹਾਂਜੀ ਸਰ, ਬੇਨਤੀ ਹੈ ਜੀ, ਮੈਂ ਪੁੱਛਣਾ ਚਾਹੁੰਦਾ ਜੀ, ਇਹ ਤੁਸੀਂ ਟਰੈਕਟਰ ਤੇ ਵੀ ਸਬਸਿਡੀ ਦਿੰਦੇ ਹੋ? ਇੱਕ ਗੱਲ ਮੈਂ ਹੋਰ ਪੁੱਛਣਾ ਚਾਹੁੰਦਾ ਜੀ ਤੁਹਾਡੇ ਕੋਲੋਂ। ਜੀ ਮੈਂ ਜੀ। ਪਹਿਲਾਂ ਸੈਕਟਰੀ ਕਰਨ ਦੇ ਵਿੱਚ ਨਾ ਡੇਅਰੀ ਫਾਰਮਿੰਗ ਦਾ ਅਪਲਾਈ ਕੀਤਾ ਸੀ। ਇੱਥੇ ਇਹਨਾਂ ਨੂੰ ਪੁੱਛਣ ਗਿਆ ਸੀ ਬਾਗਵਾਨੀ ਕੋਆਪਰੇਟਿਵ ਸੋਸਾਇਟੀ ਜੀ। ਹਾਂਜੀ, ਔਰ ਸਰ ਉਹ ਜਨਵਰੀ ਮਹੀਨੇ ਦੀ ਗੱਲ ਆ ਤੇ ਮੇਰੇ ਕੋਲ ਜ਼ਮੀਨ ਅਵੇਲੇਬਲ ਹੈਗੀ ਬੈਂਕ ਨੂੰ ਗਿਰਵੀ ਰੱਖਣ ਵਾਸਤੇ। ਜੀ। ਹਾਂਜੀ ਸਰ, ਪਰ ਉਹਨਾਂ ਨੇ ਮੈਨੂੰ, ਮੈਂ ਉੱਥੇ ਗਿਆ ਕੋਆਪਰੇਟਿਵ ਸੋਸਾਇਟੀ ਕੋਲ, ਉਹਨਾਂ ਕਿਹਾ ਵੀ ਇਹੋ ਜਿਹੀ ਸਾਡੇ ਕੋਲ ਕੋਈ ਸਕੀਮ ਨਹੀਂ, ਸਾਨੂੰ ਲੋਨ ਬੰਦ ਹੋਇਆ ਜੀ ਤੇ ਮੈਨੂੰ ਅਜੇ ਤੱਕ ਉਹ ਜਿਹੜਾ ਉਹਨਾਂ ਲੋਨ ਜਿਹੜਾ ਨਹੀਂ ਦਿੱਤਾ। ਅਜੇ ਤੱਕ ਮੈਂ ਇਸੇ ਤਰ੍ਹਾਂ ਫਿਰ ਰਿਹਾ ਜੀ। ਬਿਲਕੁਲ ਤੁਹਾਡੀ ਗੱਲ ਜਸਵੀਰ ਸਿੰਘ ਜੀ ਅਸੀਂ ਸਮਝ ਗਏ। ਪਿੰਡ ਭਾਈਕੇ ਤੋਂ ਤੁਸੀਂ ਸਾਨੂੰ ਗੁਰਦਾਸਪੁਰ ਤੋਂ ਯਾਦ ਕੀਤਾ, ਤੁਹਾਡਾ ਧੰਨਵਾਦ ਕਰਦੇ ਹਾਂ। ਬੈਂਸ ਸਾਹਿਬ, ਪਹਿਲਾ ਤਾਂ ਇਹਨਾਂ ਦਾ ਸਵਾਲ ਇਹ ਸੀ ਵੀ ਕੀ ਟਰੈਕਟਰ ਵੀ ਸਬਸਿਡੀ ਤੇ ਲੈ ਸਕਦੇ ਹਾਂ? ਹਾਂ ਬਿਲਕੁਲ ਜੀ। ਪਹਿਲੇ ਸਰਦਾਰ ਜਸਵੀਰ ਸਿੰਘ ਜੀ, ਟਰੈਕਟਰ ਤੇ ਲੇਜ਼ਰ ਲੈਵਲਰ ਇਹ ਤੇ ਬਹੁਤ ਜ਼ਰੂਰੀ ਨੇ ਕਿਉਂਕਿ ਇਹ ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂ। ਉਹ ਇਸ ਸਕੀਮ ਦੀ ਗੱਲ ਨਹੀਂ ਕਰ ਰਹੇ ਜੀ, ਉਹ ਸਿਰਫ ਟਰੈਕਟਰ ਲੈਣਾ ਚਾਹੁੰਦੇ ਨੇ। ਕੱਲੇ ਟਰੈਕਟਰ ਲਈ ਕੋਈ ਸਕੀਮ ਨਹੀਂ ਜੀ, ਕੱਲੇ ਟਰੈਕਟਰ ਵਾਸਤੇ। ਬਿਲਕੁਲ, ਇਹ ਮੈਂ ਸਾਡੇ ਸਾਰੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਦੱਸਣਾ ਚਾਹੁੰਦਾ, ਨਾ ਖੇਤੀਬਾੜੀ ਵਿਭਾਗ ਦੇ ਕੋਲ ਤੇ ਨਾ ਸਹਿਕਾਰੀ ਵਿਭਾਗ ਦੇ ਕੋਲ ਟਰੈਕਟਰ ਲੈਣ ਦੇ ਉੱਤੇ ਕੋਈ ਸਬਸਿਡੀ ਨਹੀਂ ਹੈ। ਇਹ ਕਿਸਾਨ ਵੀਰ ਜ਼ਿਆਦਾ ਬਾਰ-ਬਾਰ ਸਾਡੇ ਮਹਿਕਮਿਆਂ ਦੇ ਕੋਲ ਆਉਂਦੇ ਨੇ। ਪਰ ਕਿਸਾਨ ਵੀਰੋ ਦੇਖੋ, ਤੁਹਾਨੂੰ ਇੱਕ ਵਾਰੀ ਪਹਿਲਾਂ ਵੀ ਸ਼ਾਇਦ ਪ੍ਰੋਗਰਾਮ 'ਚ ਦੱਸਿਆ ਸੀ ਕਿ ਟਰੈਕਟਰ, ਕਿਉਂਕਿ ਟਰੈਕਟਰ ਆਲਰੇਡੀ ਸਾਡੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਆ। ਹਾਂ, ਸਰਵਿਸ ਕਮਿਸ਼ਨ ਦੇ ਰਾਹੀਂ ਜੇ ਤੁਸੀਂ ਕਿਸਾਨ ਐਗਰੋ ਸਰਵਿਸ ਸੈਂਟਰ ਖੋਲ੍ਹਣਾ ਚਾਹੁੰਦੇ ਹੋ, ਕਿਉਂਕਿ ਜਿਹੜੀ ਉਹਦੇ ਵਿੱਚ ਆਪਾਂ ਮਸ਼ੀਨਰੀ ਖਰੀਦਣੀ ਉਹ ਚੱਲਣੀ ਹੀ ਟਰੈਕਟਰ ਦੇ ਨਾਲ। ਬਿਲਕੁਲ। ਤੇ ਜੇ ਆਪਾਂ ਟਰੈਕਟਰ ਲਵਾਂਗੇ ਤਾਂ ਹੀ ਉਹ ਖਰੀਦੀ ਜਾ ਸਕਦੀ ਹੈ। ਦੂਸਰਾ ਇਹਨਾਂ ਨੇ ਸਵਾਲ ਪੁੱਛਿਆ ਸੀ ਜੀ, ਮਾਈ ਭਾਗੋ ਜਿਹੜੀ ਇਸਤਰੀ ਸਸ਼ਕਤੀਕਰਨ ਸਕੀਮ, ਉਹਦੇ ਥੱਲੇ ਥੋੜਾ ਵਿਸਥਾਰ ਨਾਲ ਇਹ ਸਕੀਮ ਦੱਸ ਹੀ ਦਈਏ। ਨਹੀਂ, ਪਹਿਲਾਂ ਆਪਾਂ ਇਹਨਾਂ ਨੂੰ ਜਵਾਬ ਦੇ ਦਈਏ ਕਿਉਂਕਿ ਜਿਹੜਾ ਇਹਨਾਂ ਨੇ ਪੁੱਛਿਆ ਵੀ ਮੈਂ ਡੇਅਰੀ ਦਾ ਲੋਨ ਵਾਸਤੇ ਅਪਲਾਈ ਕੀਤਾ ਸੀ। ਅਗਰ ਇਹਨਾਂ ਨੂੰ ਕੋਆਪਰੇਟਿਵ ਸੁਸਾਇਟੀ ਵਾਲਿਆਂ ਨੇ ਡੇਅਰੀ ਲੋਨ, ਤਾਂ ਵੈਸੇ ਮਾਈ ਭਾਗੋ ਇਸਤਰੀ ਸ਼ਕਤੀਕਰਨ ਦੇ ਸਕੀਮ ਦੇ ਅਧੀਨ ਨਹੀਂ ਕਵਰ ਹੁੰਦਾ। ਇਹਦਾ ਅਸੀਂ ਸਪੈਸ਼ਲ ਸਕੀਮ ਸਾਡੇ ਕੋਲ ਹੈ ਜਿਹਦੇ ਵਿੱਚ ਕੋਆਪਰੇਟਿਵ ਬੈਂਕਾਂ ਰਾਹੀਂ ਜਿਹੜਾ ਇੱਕ ਮੱਝ, ਅਗਰ ਇੱਕ ਮੱਝ ਖਰੀਦਣੀ ਹੈ ਇਹਨਾਂ ਨੇ ਤੇ ਫਿਰ ਉਹ 1 ਲੱਖ ਤੱਕ ਇਹ ਕੋਆਪਰੇਟਿਵ ਬੈਂਕ ਦੇ ਕੋਲ ਜਾ ਕੇ ਐਪਲੀਕੇਸ਼ਨ ਦੇ ਸਕਦੇ ਆ। ਔਰ ਵਿੱਚ ਇਹਦੇ ਜ਼ਮੀਨ ਵੀ ਨਹੀਂ ਹੈ, ਜਿਸ ਤਰ੍ਹਾਂ ਇਹਨਾਂ ਨੇ ਚੌਹਾਨ ਸਾਹਿਬ ਦੱਸਿਆ ਵੀ ਇਹਨਾਂ ਕੋਲ ਜ਼ਮੀਨ ਨਹੀਂ ਹੈ। ਔਰ ਬਿਨਾਂ ਜ਼ਮੀਨ ਦੇ ਤੋਂ ਜਿਹੜੇ ਜ਼ਮੀਨ ਉਹ ਕਹਿੰਦਾ ਸੀ ਜੀ ਹੈਗੀ ਆ ਮੇਰੇ ਕੋਲ, ਜਸਵੀਰ ਸਿੰਘ ਹੁਣਾਂ ਨੇ ਕਿਹਾ ਸੀ ਜ਼ਮੀਨ। ਚਲੋ ਜ਼ਮੀਨ ਜੇ 1 ਲੱਖ ਤੱਕ ਦੇ ਅਸੀਂ ਉਹ ਜ਼ਮੀਨ ਦੀ ਛੋਟੀ ਵੀ ਨਹੀਂ ਲੈਂਦੇ ਆ। ਉਸ ਵਿੱਚ 2 ਜਿਹੜੀਆਂ ਚੰਗੀਆਂ ਜਿਹੜੀ ਸਾਖੀ ਜਿਹੜੇ ਮੈਂਬਰ ਜਾਂ ਵਧੀਆ ਮੈਂਬਰ ਜਿਹੜੇ ਉੱਥੇ ਦੇ ਇਹਨਾਂ ਦੇ ਜਾਣੂ ਹੋਣ ਜਾਂ ਜੋ ਸ਼ਖਸੀਅਤਾਂ ਜਿਹੜੀਆਂ ਵਧੀਆ ਇਹਨਾਂ ਦੀਆਂ ਹੋਣੀਆਂ ਉਹ ਗਵਾਹੀ ਪਾ ਦੇਣ
ਇਹਦੇ ਨਾਲ ਹੀ ਇਹਨਾਂ ਦਾ ਮਤਲਬ ਸਰਜਣਾ। ਜ਼ਮੀਨ ਦੀ ਵੀ ਇਹਨਾਂ ਨੂੰ ਕੋਈ ਕੰਡੀਸ਼ਨ ਨਹੀਂ ਹੈ। ਠੀਕ ਹੈ ਜੀ। ਔਰ ਇਹ 5 ਸਾਲ ਤੱਕ ਇਹ ਜਿਹੜਾ ਲੋਨ ਜਿਹੜਾ 5 ਸਾਲਾਂ ਦੇ ਵਿੱਚ ਮੋੜਨਾ ਹੁੰਦਾ, ਇਹ ਇੱਕ ਮੱਝ ਦਾ ਹੈ। ਇਸ ਤੋਂ ਇਲਾਵਾ ਸਾਡੇ ਕੋਲ ਇੱਕ ਮਿਨੀ ਡੇਅਰੀ ਜਿਹੜੀ ਸਕੀਮ ਵੀ ਹੈ। ਇਹਦੇ ਵਿੱਚ ਅਸੀਂ ਕਿਸਾਨਾਂ ਨੂੰ ਸਹਿਕਾਰੀ ਬੈਂਕਾਂ ਰਾਹੀਂ 5 ਲੱਖ ਤੱਕ ਦਾ ਜਿਹੜਾ ਕਰਜ਼ਾ ਦਿੰਦੇ ਹਾਂ। ਇਹਦੇ ਵਿੱਚ ਉਹ 2 ਮੱਝਾਂ ਜਾਂ 2 ਗਾਈਆਂ ਲੈ ਸਕਦੇ ਨੇ। ਔਰ ਇਹਨਾਂ ਦੇ ਵਿੱਚ ਜਿਹੜਾ ਰੇਟ ਆਫ ਇੰਟਰਸਟ ਹੈ ਇਹਦਾ ਤਕਰੀਬਨ 10.25% ਹੈ। ਔਰ ਇਹਦੇ ਵਿੱਚ ਵੀ 2 ਗੁੱਡ ਸ਼ੋਰਟੀਜ਼ ਹੈਗੀਆਂ, ਜਿਹੜੇ ਕੋਈ ਇਹਦੇ ਵਿੱਚ ਜ਼ਮੀਨ ਦੀ ਕੰਡੀਸ਼ਨ ਨਹੀਂ ਹੈ। ਲੇਕਿਨ ਪਹਿਲੀ ਦੇ ਵਿੱਚ ਹੈ ਵੀ ਉਹ ਸੁਸਾਇਟੀ ਦਾ ਮੈਂਬਰ ਹੋਣਾ ਚਾਹੀਦਾ, ਦੁੱਧ ਵਾਲੀ ਸੁਸਾਇਟੀ ਦਾ ਮੈਂਬਰ ਜ਼ਰੂਰ ਹੋਣਾ ਚਾਹੀਦਾ ਜੀ। ਪਹਿਲੀ ਜਿਹੜੀ 1 ਮੈਂਬਰ ਵਾਲੀ ਲੋਨ ਵਾਲੀ ਹੈ ਨਾ, ਉਹਦੇ ਵਿੱਚ ਦੁੱਧ ਵਾਲੀ ਸੁਸਾਇਟੀ ਦਾ ਮੈਂਬਰ ਜ਼ਰੂਰੀ ਹੈ। ਸੈਕੰਡ ਦੇ ਵਿੱਚ ਕੋਈ ਨਹੀਂ ਹੈ। ਅਗਰ ਇਸ ਤੋਂ ਉੱਪਰ ਜਾਣਾ, ਜੇ ਇਹਨਾਂ ਕੋਲ ਜ਼ਮੀਨ ਜ਼ਿਆਦਾ ਜ਼ਮੀਨ ਹੈਗੀ ਹੈ, ਫਿਰ ਕਮਰਸ਼ੀਅਲ ਡੇਅਰੀ ਤੱਕ ਸਾਡੇ ਕੋਲ 50 ਲੱਖ ਰੁਪਏ ਤੱਕ ਦੀਆਂ ਸਕੀਮਾਂ ਨੇ। 50 ਲੱਖ ਰੁਪਏ ਤੱਕ ਕਿਸਾਨ ਕਰਜ਼ਾ ਲੈ ਸਕਦੇ ਹੈ। ਔਰ ਜਿਸ ਤਰ੍ਹਾਂ ਦਾ ਵੀ ਉਹ ਯੂਨਿਟ ਆਪਣਾ ਉਹਨੂੰ ਮਿਲਕ ਨੂੰ ਅੱਗੇ ਪ੍ਰੋਸੈਸ ਕਰਕੇ ਵੀ ਬਣਾ ਸਕਦੇ ਆ, ਵੱਡਾ ਡੇਅਰੀ ਫਾਰਮ ਵੀ ਬਣਾ ਸਕਦੇ ਆ, ਔਰ ਇਹਦੀ ਆਪਣੀ ਉਹਦੇ ਉਤਪਾਦਨ ਵਧਾ ਸਕਦੇ ਆ, ਦੁੱਧ ਦੇ ਵਿੱਚ ਦੁੱਧ ਖੇਤਰ ਵਿੱਚ ਇੰਟਰ ਕਰ ਸਕਦੇ ਆ। ਬਿਲਕੁਲ ਜੀ। ਜਿਹੜੀ ਦੇਖੋ ਇਸ਼ਤਰੀ ਸਸ਼ਕਤੀਕਰਨ ਸਕੀਮ ਹੈ ਜਿਹੜੀ ਇਹ ਤੁਹਾਡੀ ਮਾਈ ਭਾਗੋ, ਇਹਦੇ ਵਿੱਚ ਬਹੁਤ ਵਧੀਆ ਸਾਡੀਆਂ ਪਿੰਡਾਂ ਦੀਆਂ ਸੁਆਣੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਘਰ ਰਹਿੰਦੀਆਂ ਨੇ, ਉਹ ਇਸ ਸਕੀਮ ਦਾ ਲਾਭ ਲੈ ਸਕਦੀਆਂ ਨੇ। ਪਸ਼ੂ ਘਰ ਰੱਖ ਕੇ ਭਾਵੇਂ 1 ਭਾਵੇਂ 2 ਤੇ ਭਾਵੇਂ ਕਮਰਸ਼ੀਅਲ ਡੇਅਰੀ ਹੈ ਜਿਹੜੀ, ਉਹ ਸਹਿਕਾਰਤਾ ਦੇ ਨਾਲ ਜੁੜ ਕੇ, ਸਭਾਵਾਂ ਦੇ ਨਾਲ ਜੁੜ ਕੇ ਦੇਖੋ ਆਪਣਾ ਘਰੇ ਕੰਮ ਖੋਲ੍ਹ ਸਕਦੀਆਂ ਨੇ, ਘਰੇ ਆਪਣਾ ਕੰਮ ਕਰ ਸਕਦੀਆਂ ਨੇ। ਸਿਰਫ ਦੁੱਧ ਦੀ ਵੀ ਕੋਈ ਪ੍ਰੋਬਲਮ ਨਹੀਂ ਵੇਚਣ ਦੀ ਆਉਂਦੀ। ਪਹਿਲਾਂ ਤਾਂ ਆਪਾਂ ਨੂੰ ਹੁੰਦਾ ਨਾ, ਜੇ ਕੋਈ ਕੰਮ ਆਪਾਂ ਖੋਲ੍ਹ ਲਈਏ ਮਾਰਕੀਟਿੰਗ ਦੀ ਬੜੀ ਸਮੱਸਿਆ ਆਉਂਦੀ ਹੈ। ਸੋ ਦੁੱਧ ਵੀ ਤੁਹਾਡੀਆਂ ਮਿਲਕ ਸੁਸਾਇਟੀਆਂ ਬਣੀਆਂ ਹੋਈਆਂ ਪਿੰਡਾਂ ਦੇ ਵਿੱਚ, ਉੱਥੇ ਹੀ ਇਕੱਠਾ ਹੋਣਾ ਆ, ਤੁਸੀਂ ਵੇਚ ਦੇਣਾ ਆ, ਇਹਨਾਂ ਨੂੰ ਸਿਰਫ ਪ੍ਰੋਫਿਟ ਹੀ ਅੱਗੇ ਜਾਣਾ ਹੈ। ਚੌਹਾਨ ਸਾਹਿਬ, ਇਸਤਰੀ ਸ਼ਕਤੀਕਰਨ ਸਕੀਮ ਦੇ ਵਿੱਚ ਅਸੀਂ ਜਿਹੜੀ ਪਿੰਡਾਂ ਦੀਆਂ ਜਿਹੜੀਆਂ ਬੇਰੁਜ਼ਗਾਰ ਲੜਕੀਆਂ ਨੇ ਜਾਂ ਜਿਹੜੀਆਂ ਕਿਸਾਨਾਂ ਦੀਆਂ ਘਰ ਵਾਲੀਆਂ ਨੇ, ਵਿਹਲੇ ਸਮੇਂ ਦੇ ਵਿੱਚ ਜਾਂ ਕੋਈ ਕੰਮ ਕਰਨਾ ਚਾਹੁੰਦੀਆਂ ਤੇ ਇਕੱਠੀਆਂ ਹੋ ਕੇ ਉਹ ਇਸਤਰੀ ਸ਼ਕਤੀਕਰਨ ਸਕੀਮ ਦਾ ਈਵਨ ਇਕੱਲੇ ਤੌਰ ਤੇ ਵੀ ਕੰਮ ਕਰਨਾ ਹੋਵੇ ਤਾਂ ਵੀ ਕਰ ਸਕਦੀਆਂ ਨੇ। ਇਹ 'ਚ ਇਕੱਲੇ ਦੁੱਧ ਦਾ ਕੰਮ ਹੀ ਕੀਤਾ ਨਹੀਂ, ਦੁੱਧ ਦਾ ਨਹੀਂ, ਜੋ ਵੀ ਸਹਾਇਕ ਧੰਦਾ, ਜੋ ਵੀ ਉਹਨਾਂ ਨੂੰ ਕੋਈ ਵੀ ਲੱਗਦਾ ਹੋਵੇ ਵੀ ਉਸ ਏਰੀਏ ਦੇ ਹਿਸਾਬ ਦੇ ਨਾਲ ਠੀਕ ਹੈ, ਚਾਹੇ ਉਹ ਸ਼ਹਿਦ ਦੀਆਂ ਮੱਖੀਆਂ ਦਾ ਕੀਤਾ ਹੋਵੇ ਜਾਂ ਸਿਲਾਈ ਕਢਾਈ ਦਾ ਹੋਵੇ, ਥੱਲੇ ਬਣ ਸਕਦਾ ਜੀ। ਇਸਤਰੀ ਸ਼ਕਤੀਕਰਨ ਔਰ ਸੈਲਫ ਹੈਲਪ ਗਰੁੱਪ, ਇਹ 2 ਵੱਖਰੀਆਂ ਸਕੀਮਾਂ ਨੇ। ਆਪਾਂ ਬਾਅਦ ਦੇ ਵਿੱਚ ਡਿਸਕਸ ਕਰਦੇ ਹਾਂ ਜੀ। ਫੋਨ ਕਾਲ ਆਪਣੇ ਨਾਲ ਜੁੜ ਗਏ ਨੇ। ਹੈਲੋ। ਹਾਂਜੀ ਜੀ ਜੀ। ਹੈਲੋ। ਹਾਂਜੀ, ਤੁਹਾਡੀ ਆਵਾਜ਼ ਆ ਰਹੀ ਹੈ ਜੀ। ਕੁਲਵੰਤ ਸਿੰਘ ਜੀ, ਤੁਸੀਂ ਆਪਣਾ ਸਵਾਲ ਕਰੋ। ਹਾਂਜੀ ਸਰ, ਸਵਾਲ ਮੇਰਾ ਇਹ ਹੈ ਜੀ, ਕਿਸੇ ਵੀ ਬੈਂਕ ਦੇ ਵਿੱਚੋਂ ਕੋਈ ਲੋਨ ਲੈਣਾ ਹੈ ਜੀ। ਹਾਂਜੀ ਹਾਂਜੀ। ਹੈਲੋ। ਹਾਂਜੀ, ਕੋਈ ਵੀ ਕਿਸੇ ਵੀ ਬੈਂਕ ਤੋਂ ਲੋਨ ਲੈਣਾ ਹੈ ਜੀ। ਹਾਂਜੀ ਹਾਂਜੀ। ਮੈਨੇਜਰ ਕੋਈ ਵੀ ਹੈ ਜੀ, ਏਜੰਟ ਤੋਂ ਬਗੈਰ, ਰਿਸ਼ਵਤ ਤੋਂ ਬਗੈਰ ਕੋਈ ਕਿਸੇ ਦਾ ਲੋਨ ਨਹੀਂ ਹੋ ਰਿਹਾ ਜੀ। ਠੀਕ ਹੈ ਜੀ, ਉੱਚੇ ਅਹੁਦੇ ਤੇ ਜੋ ਅਫਸਰ ਬੈਠੇ ਉਹਨਾਂ ਤੱਕ ਨਹੀਂ ਕੋਈ ਗੱਲ ਪਹੁੰਚਦੀ। ਜੀ ਜੀ। ਹੈਲੋ। ਹਾਂਜੀ ਕੁਲਵੰਤ ਸਿੰਘ ਜੀ, ਹੋਰ ਕੁਝ ਕਹਿਣਾ? ਲੇਕਿਨ ਮੇਨ ਪ੍ਰੋਬਲਮ ਇਹ ਹੈ ਜੀ, ਠੀਕ ਹੈ ਬੈਂਕਾਂ ਸਹੂਲਤਾਂ ਬਹੁਤ ਦੇ ਰਹੀਆਂ, ਲੇਕਿਨ ਅਫਸਰ ਸ਼ਾਹੀ ਹੈ ਜੋ ਉੱਥੋਂ ਬਹੁਤ ਪ੍ਰੋਬਲਮ ਆ ਰਹੀ ਹੈ। ਰਿਸ਼ਤੇ ਤੋਂ ਬਗੈਰ ਕੋਈ ਕਿਸੇ ਦਾ ਲੋਨ ਨਹੀਂ ਹੋ ਰਿਹਾ ਜੀ। ਤੁਸੀਂ ਕੋਈ ਐਗਜ਼ਾਮਪਲ ਦਿਓ। ਕੁਲਵੰਤ ਸਿੰਘ ਜੀ, ਫਰੀਦਕੋਟ ਤੋਂ ਤੁਸੀਂ ਸਾਨੂੰ ਯਾਦ ਕੀਤਾ, ਤੁਹਾਡਾ ਧੰਨਵਾਦ ਕਰਦੇ ਹਾਂ। ਦੇਖੋ ਸਹਿਕਾਰੀ ਸਭਾਵਾਂ ਦੀਆਂ ਜਿਹੜੀਆਂ ਕੋਆਪਰੇਟਿਵ ਬੈਂਕਾਂ ਨੇ, ਇਹਨਾਂ ਦੇ ਵਿੱਚ ਤਾਂ ਨਹੀਂ ਮੈਨੂੰ ਲੱਗਦਾ ਇਹੋ ਜਿਹੀ ਕੋਈ ਪ੍ਰੋਬਲਮ ਆਉਂਦੀ। ਜੇ ਅਸੀਂ ਕਹਿ ਸਕਦੇ ਹਾਂ ਕੋਈ ਨੈਸ਼ਨਲਾਈਜ਼ਡ ਬੈਂਕਾਂ ਨੇ, ਉੱਥੇ ਆ ਸਕਦੀ ਹੈ ਕਿਤੇ ਪ੍ਰੋਬਲਮ। ਮੈਂ ਸਭ ਕੀ ਕਹਿਣਾ ਚਾਹੂੰਗਾ? ਇਸ ਤਰ੍ਹਾਂ ਚੌਹਾਨ ਸਾਹਿਬ, ਜਿਸ ਤਰ੍ਹਾਂ ਸਹਿਕਾਰੀ ਬੈਂਕ ਨੇ, ਸਹਿਕਾਰੀ ਬੈਂਕ ਕਿਸਾਨਾਂ ਦੇ ਆਪਣੇ ਬੈਂਕ ਨੇ, ਆਪਣੇ ਬੈਂਕ ਨੇ। ਔਰ ਇਹਨਾਂ ਦੀ ਮੈਨੇਜਮੈਂਟ ਵੀ ਜਿਹੜੀ ਆਪਣੀ ਹੈ, ਇਹ ਚੁਣੇ ਹੋਏ ਬੈਂਕ ਦੇ ਡਾਇਰੈਕਟਰਸ ਦੁਆਰਾ ਇਹ ਮੈਨੇਜ ਕੀਤੇ ਜਾਂਦੇ ਨੇ। ਔਰ ਜਿਸ ਤਰ੍ਹਾਂ ਸਵਾਲ ਕੀਤਾ ਭਾਈ ਸਾਹਿਬ ਨੇ, ਇਹ ਸਹਿਕਾਰੀ ਬੈਂਕਾਂ ਤੇ ਲਾਗੂ ਨਹੀਂ ਹੁੰਦਾ। ਸਾਡੇ ਜਿਹੜੇ ਬਿਲਕੁਲ ਸਿਸਟਮ ਪਾਰਦਰਸ਼ੀ ਆ, ਔਰ ਅਸੀਂ ਪੂਰਾ ਜਿਹੜਾ ਸਾਡਾ ਸਿਸਟਮ ਜਿਹੜਾ ਹੈਗਾ, ਇਹਦੇ ਵਿੱਚ ਕੋਈ ਇਦਾਂ ਦਾ, ਅਸੀਂ ਪੂਰੀ ਕੋਆਪਰੇਸ਼ਨ ਕਰਦੇ ਹਾਂ ਵੀ ਜਿਹੜਾ ਵੀ ਸਹਿਕਾਰੀ ਬੈਂਕਾਂ ਦੇ ਵਿੱਚ ਕੋਈ ਇਦਾਂ ਦੀ ਕਰਪਸ਼ਨ ਨਾ ਦੀ, ਸਾਡੇ ਕੋਲ ਕੋਈ ਇਦਾਂ ਦੀ ਕੋਈ ਚੀਜ਼ ਨਹੀਂ ਹੈ। ਔਰ ਕਿਸਾਨਾਂ ਨੂੰ, ਅਸੀਂ ਕਿਸਾਨਾਂ ਦੇ ਵਾਸਤੇ ਬੈਠੇ ਹਾਂ। ਜੇਕਰ ਇਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਹੈ ਤੇ ਆਪਣੇ ਏਰੀਏ ਦੇ ਡਾਇਰੈਕਟਰ ਕੋਲ ਜਾ ਕੇ ਜਾਂ ਅਸਿਸਟੈਂਟ ਰਜਿਸਟਰਾਰ, ਡਿਪਟੀ ਰਜਿਸਟਰਾਰ ਕੋਈ ਸ਼ਿਕਾਇਤ ਕਰ ਸਕਦੇ। ਕੋਈ ਇਦਾਂ ਦੀ ਗੱਲ ਨਹੀਂ ਹੈ ਮੇਰਾ ਖਿਆਲ। ਤਾਂ ਕੋਈ ਇਹਨਾਂ ਨੂੰ ਸ਼ਾਇਦ ਦੂਸਰੇ ਕਮਰਸ਼ੀਅਲ ਬੈਂਕਾਂ ਨਾਲ ਹੀ ਕੋਈ ਕੰਪਲੇਂਟ, ਸ਼ਾਇਦ ਕੰਪਲੇਂਟ ਇਹਨਾਂ ਨੂੰ ਉਸ ਬੈਂਕ ਨਾਲ ਸੀ। ਪਰ ਦੇਖੋ ਆਪਣਾ ਤਾਂ ਫਰਜ਼ ਬਣਦਾ ਪਹਿਲਾਂ ਸਵਾਲ ਦਾ ਜਵਾਬ ਦੇਈਏ।
ਸੋ ਦੇਖੋ ਕਿਸਾਨ ਵੀਰੋ, ਤੁਹਾਡੀਆਂ ਆਪਣੀਆਂ ਬੈਂਕਾਂ ਨੇ ਇਹ ਜਿਹੜੀਆਂ ਪਿੰਡਾਂ ਦੇ ਵਿੱਚ ਬਣੀਆਂ ਹੋਈਆਂ, ਤੁਹਾਡੇ ਆਪਣੇ ਚੁਣੇ ਹੋਏ ਨੁਮਾਇੰਦੇ ਇਹਦੇ ਵਿੱਚ ਲੱਗੇ ਹੋਏ ਨੇ। ਈਵਨ ਇੱਥੋਂ ਦੇ ਮੁਲਾਜ਼ਮ ਨੇ ਜਿਹੜੇ ਉਹ ਵੀ ਤੁਹਾਡੇ ਹੀ ਚੁਣੇ ਹੋਏ ਉਹਨਾਂ ਨੇ, ਦੇ ਏਰੀਆ ਪਿੰਡ ਦੇ ਹੀ ਨੇ, ਪਿੰਡ ਦੇ ਹੁੰਦੇ ਤੇ ਕੋਈ ਸਵਾਲ ਹੀ ਨਹੀਂ ਕਰਦਾ। ਬਿਲਕੁਲ। ਸੋ ਆਪਾਂ ਅਗਲੀ ਸਕੀਮ ਤੁਹਾਡੀ ਸਹਿਕਾਰਤਾ ਦੀ ਹੈ, ਭਾਈ ਕਨਈਆ ਸਿਹਤ ਸਕੀਮ। ਥੋੜਾ ਜਿਹਾ ਇਹਦੇ ਬਾਰੇ ਵੀ ਸਾਡੇ ਭਾਈ ਕਨਈਆ ਸਿਹਤ ਸਕੀਮ ਜਿਹੜੀ ਸਾਡੀ ਹੈ ਪਿਛਲੇ ਕਾਫੀ ਸਾਲਾਂ ਤੋਂ ਚੱਲ ਰਹੀ ਹੈ ਜੀ। ਇਹਦੇ ਵਿੱਚ ਕਿਸਾਨਾਂ ਨੂੰ ਜਿਸ ਤਰ੍ਹਾਂ ਕਈ ਵਾਰੀ ਮੈਡੀਕਲ ਐਕਸੀਜੈਂਸੀਜ਼ ਆ ਜਾਂਦੀ ਆ ਔਰ ਉਹ ਇਲਾਜ ਕਰਾਉਣ ਦੇ ਵਿੱਚ ਅਸਮਰਥ ਹੁੰਦੇ ਆ, ਕਈ ਇਦਾਂ ਦੀਆਂ ਬਿਮਾਰੀਆਂ ਹੁੰਦੀਆਂ ਜਿਹੜੀਆਂ ਕਿ ਬਾਕੀ ਦੀਆਂ ਇੰਸ਼ੋਰੈਂਸ ਕੰਪਨੀਆਂ ਨਹੀਂ ਕਰਦੀਆਂ। ਔਰ ਜਿਹੜੀ ਭਾਈ ਕਨਈਆ ਸਕੀਮ ਹੀ ਇੱਕ ਐਸੀ ਸਕੀਮ ਹੈ ਜਿਹੜੀ ਕਿ ਜਿਹਦੇ ਵਿੱਚ ਕੋਈ ਵੀ ਕਿਸਾਨ ਅਗਰ ਉਹਨੂੰ ਪਹਿਲਾਂ ਪ੍ਰੀ ਐਗਜ਼ਿਸਟਿੰਗ ਬਿਮਾਰੀ ਜੋ ਕਿ ਪਹਿਲਾਂ ਦੀ ਬਿਮਾਰੀ ਹੈਗੀ ਹੈ ਤਾਂ ਉਹ ਵੀ ਇਸ ਵਿੱਚ ਕਵਰ ਹੁੰਦੀ ਹੈ ਔਰ 1.5 ਲੱਖ ਰੁਪਏ ਤੱਕ ਇਹਦੇ ਵਿੱਚ ਕਿਸਾਨ ਭਰਾ ਜਿਹੜੇ ਫਾਇਦਾ ਲੈ ਸਕਦੇ ਆ। ਔਰ ਇਸ ਸਕੀਮ ਦੇ ਵਿੱਚ ਵੱਡਾ ਜਿਹੜਾ ਜਿੱਦਾਂ ਹੈਗਾ ਹਸਪੀਟਲਾਈਜੇਸ਼ਨ ਦਾ ਜਿਹੜਾ ਫੈਸਿਲਿਟੀਜ਼ ਹੈਗੀ, ਕਿਸਾਨ ਆਪਣਾ ਕ੍ਰੈਡਿਟ ਕਾਰਡ ਦਿਖਾ ਕੇ ਤੇ ਆਪਣੇ ਐਡਮਿਟ ਹੋ ਕੇ ਤੇ ਉਹਦਾ ਇਲਾਜ ਕਰਵਾ ਸਕਦਾ ਜੀ। ਤੇ ਸਭ ਤੋਂ ਵੱਡੀ ਗੱਲ ਇਹਦੀ ਇਹ ਹੈਗੀ ਵੀ ਇਹਦੇ ਵਿੱਚ ਜਿਹੜੀ ਅਸੀਂ ਲੋਕਾਂ ਦੀਆਂ ਜਿਹੜੀਆਂ ਜਿੱਦਾਂ ਇੱਕ ਸਕੀਮ ਦੇ ਵਿੱਚ ਵੱਡਾ ਬੈਨੀਫਿਟ ਇਹ ਵੀ ਹੈਗਾ ਵੀ ਜੇ ਕੋਈ ਬੱਚਾ ਜਨਮ ਦਿੰਦੇ ਆ ਜੀ ਤੇ ਬੱਚੀ ਦੇ ਜਨਮ ਦੇ ਉੱਤੇ ਅਸੀਂ 2100 ਰੁਪਈਆ ਜਿਹੜਾ ਇਹ ਉਸ ਬੱਚੀ ਨੂੰ ਅਸੀਂ ਐਜ਼ ਸ਼ਗਨ ਸਕੀਮ ਦਿੰਦੇ ਹਾਂ, ਸਹਿਕਾਰਤਾ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ। ਔਰ ਇਹਦੇ ਵਿੱਚ ਅਸੀਂ ਇਸ ਵੇਲੇ 103 ਬੱਚੀਆਂ ਨੂੰ ਤਕਰੀਬਨ 2 ਲੱਖ ਤੇ ਕੁਛ ਮਤਲਬ ਜਿਹੜੇ ਪੈਸੇ ਅਸੀਂ ਦਿੱਤੇ ਆ, 2 ਲੱਖ ਦੇ ਕਰੀਬ ਅਸੀਂ 2 ਲੱਖ ਤੋਂ ਉੱਪਰ ਜਿਹੜੇ ਪੈਸੇ ਜਿਹੜੇ ਅਸੀਂ ਪੰਜਾਬ ਸਰਕਾਰ ਦੇ ਵਿੱਚ 103 ਬੱਚੀਆਂ ਨੂੰ ਅਸੀਂ ਇਸੇ ਸਕੀਮ ਤਹਿਤ ਦਿੱਤੇ ਤਾਂ ਕਿ ਮਤਲਬ ਇਹ ਜਿਹੜੇ ਬੱਚੀਆਂ ਨੂੰ ਵੀ ਅੱਗੇ ਲੋਕਾਂ ਨੂੰ ਬੈਨੀਫਿਟ ਹੋ ਸਕੇਗਾ। ਬਿਲਕੁਲ ਬੈਂਸ ਸਾਹਿਬ, ਇਹਨਾਂ ਸਾਰੀਆਂ ਸਕੀਮਾਂ ਦਾ ਲਾਭ ਉਹੀ ਕਿਸਾਨ ਲੈ ਸਕਦਾ ਜਿਹੜਾ ਸਹਿਕਾਰੀ ਸਭਾ ਦਾ ਮੈਂਬਰ ਹੈ? ਹਾਂਜੀ ਬਿਲਕੁਲ ਜੀ। ਇਸ ਵੇਲੇ ਸਾਡੇ ਕੋਲ ਜਿਹੜੇ ਤਕਰੀਬਨ ਜਿਹੜੇ ਇਹਦੇ 4,28,000 ਮੈਂਬਰ ਨੇ ਔਰ 4,28,000 ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ 3188 ਮੈਂਬਰਾਂ ਨੇ ਹੁਣ ਤੱਕ ਜਿਹੜਾ ਸਾਡੇ ਕੋਲ ਲਾਭ ਲਿਆ, 18 ਕਰੋੜ ਰੁਪਏ ਦਾ ਤਕਰੀਬਨ ਲਾਭ ਲੈ ਚੁੱਕੇ ਨੇ। ਬਿਲਕੁਲ ਬੈਂਸ ਸਾਹਿਬ, ਇੱਕ ਫੋਨ ਕਾਲਰ ਆਪਣੇ ਨਾਲ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਹਾਂਜੀ, ਤੁਹਾਡਾ ਆਵਾਜ਼ ਆ ਰਹੀ ਹੈ ਜੀ ਸਾਡੇ ਤੱਕ, ਤੁਸੀਂ ਸਵਾਲ ਕਰੋ। ਸਾਡੀ ਇਹ ਆਪਣਾ ਜੀ ਜਦੋਂ ਅਸੀਂ ਲੋਨ ਲੈਣਾ ਬੈਂਕ ਤੋਂ ਜੀ, ਕਿਸੇ ਬੈਂਕ ਤੋਂ ਜੀ, ਉਹ ਜੀ ਅਸੀਂ ਸਾਡੀ ਮਤਲਬ ਮਾਫੀ ਆਈ ਸੀ ਕੋਆਪਰੇਟ ਬੈਂਕ ਸੁਸਾਇਟੀਆਂ ਦੀ। ਉਹ ਨਾ ਤਾਂ ਸਾਨੂੰ ਮਤਲਬ ਮਾਫੀ, ਅਸੀਂ ਆਖਿਆ ਵੀ ਚਲੋ ਸਾਨੂੰ ਮਾਫੀ, ਸਾਡੀ ਕਾਪੀ ਚਾਲੂ ਕਰੋ, ਤੇ ਨਾ ਤਾਂ ਸਾਡੀ ਕਾਪੀ ਚਾਲੂ ਕਰਦੇ ਆ ਤੇ ਨਾ ਹੀ ਸਾਨੂੰ ਗਾ ਉਹ ਕਹਿੰਦੇ ਨੇ ਵੀ ਕਲੀਅਰ ਖਾਤਾ ਦਿਓ ਜੀ। ਉਹ ਕਹਿੰਦੇ ਨਾ ਤੁਹਾਨੂੰ ਅਸੀਂ ਕਲੀਅਰ ਖਾਤਾ ਦੇ ਸਕਦੇ। ਅਸੀਂ ਆਖਿਆ ਤੁਹਾਡੇ ਅਸੀਂ ਪੈਸੇ ਵੀ ਭਰ ਦਿੰਦੇ ਆ ਤੇ ਅਸੀਂ ਕਾ ਲੋਨ ਲੈਣਾ, ਸਾਨੂੰ ਫਿਰ ਇੱਥੋਂ ਦਿੱਕਤ ਆਉਂਦੀ ਹੈ ਜੀ। ਮੇਜਰ ਸਿੰਘ ਜੀ, ਕਿਹੜੇ ਪਿੰਡ ਚ, ਕਿਹੜੇ ਜ਼ਿਲ੍ਹੇ ਚ ਤੁਹਾਡਾ ਪਿੰਡ ਹੈ? ਪੱਕਾ ਕਲਾਂ? ਹੈਲੋ, ਕਿਹੜੇ ਜ਼ਿਲ੍ਹੇ ਚ ਪਿੰਡ ਤੁਹਾਡਾ? ਇਹ ਪਿੰਡ ਪੱਕਾ ਕਲਾਂ ਜੀ, ਜ਼ਿਲ੍ਹਾ ਬਠਿੰਡਾ ਜੀ। ਜੀ 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 ਬਿਲਕੁਲ ਮੇਜਰ ਸਿੰਘ ਜੀ, ਤੁਹਾਡਾ ਧੰਨਵਾਦ, ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਸਾਨੂੰ ਯਾਦ ਕੀਤਾ। ਬੈਂਸ ਸਾਹਿਬ ਬਠਿੰਡੇ 'ਚ ਇਹਨਾਂ ਦਾ ਪੱਕਾ ਕਲਾਂ ਪਿੰਡ ਆ, ਕੋਈ ਪ੍ਰੋਬਲਮ ਇਹਨਾਂ ਨੂੰ ਆਈ ਹੈ? ਕਹਿਣਾ ਚਾਹੋਗੇ ਇਹਦੀ ਜਿਸ ਤਰ੍ਹਾਂ OTS ਸਕੀਮ ਹੈ ਜੀ ਚੌਹਾਨ ਸਾਹਿਬ, ਇਹਦੇ ਵਿੱਚ ਕੀ ਹੁੰਦਾ ਵੀ ਅਸੀਂ ਜਿਹੜੇ ਇੱਕ ਜਿਹੜਾ ਪੈਨਲ ਬਣ ਕੇ ਨਾ ਸਾਰੇ ਜੱਜਸ ਦਾ ਸਾਰਾ ਡਿਸਾਈਡ ਕਰਦੇ ਨੇ ਵੀ ਇਹ ਕਿੰਨੇ ਪੈਸੇ ਇਹ ਜਿਹੜਾ ਕਿਸਾਨ ਆ ਦੇ ਸਕਦਾ ਜੀ। ਉਹ ਪਿੱਛੇ ਸਕੀਮ ਚੱਲਦੀ ਸੀ, ਇਸ ਵੇਲੇ ਸਕੀਮ ਬੰਦ ਹੋ ਚੁੱਕੀ ਹੈ। ਜੇਕਰ ਕਿਸਾਨ ਉਸ ਜਿਹੜੀ ਡਿਸੀਜਨ ਦੇ ਮੁਤਾਬਕ, ਉਸ ਐਗਰੀਮੈਂਟ ਦੇ ਮੁਤਾਬਕ 1 ਸਾਲ ਦੇ ਵਿੱਚ ਪੇਮੈਂਟ ਨਹੀਂ ਦਿੰਦਾ ਤੇ ਉਹ ਜਿਹੜਾ ਹੈਗਾ ਉਹ ਕੈਂਸਲ ਹੋ ਜਾਂਦੀ ਹੈ। ਇਸ ਕਰਕੇ ਇਹਨਾਂ ਦੀ ਪ੍ਰੋਬਲਮ ਉਹੀ ਆ ਵੀ ਉਹ ਪੁੱਠੀ ਹੋ ਗਈ ਵੀ ਮਤਲਬ ਜਿਹੜਾ ਇਹਨੇ 1 ਸਾਲ ਤੋਂ ਜ਼ਿਆਦਾ 75% ਜ਼ਿਆਦਾ ਸਮਾਂ ਲਾ ਲਿਆ ਤੇ ਉਹ ਪੈਸੇ ਜਮ੍ਹਾਂ ਨਹੀਂ ਕਰਾਏ, ਉਹ ਹੁਣ ਉਹ ਵਿੱਚ ਹੀ ਫਸ ਗਿਆ। ਹੁਣ ਇਹਨਾਂ ਨੂੰ ਸਾਰੇ ਪੈਸੇ ਜਮ੍ਹਾਂ ਕਰਾਉਣਗੇ ਸਾਰੇ, ਫਿਰ ਉਹ ਦੁਬਾਰਾ ਲੈ ਸਕਦੇ। ਮੇਜਰ ਸਿੰਘ ਜੀ ਦੇਖੋ, ਪ੍ਰੋਬਲਮ ਤਾਂ ਜਿਹੜੀ ਬੈਂਸ ਸਾਹਿਬ ਦੇ ਧਿਆਨ ਦੇ ਵਿੱਚ ਆਈ ਹੈ ਉਹ ਇਹੀ ਹੋ ਸਕਦੀ ਹੈ ਕਿ ਜਿੰਨਾ ਤੁਹਾਨੂੰ ਟਾਈਮ ਦਿੱਤਾ ਗਿਆ ਸੀ ਇੰਨੇ ਸਮੇਂ ਦੇ ਵਿੱਚ ਤੁਸੀਂ ਇੰਨੇ ਪੈਸੇ ਭਰ ਦਿਓ, ਨਹੀਂ ਭਰੇ ਉਸ ਤੋਂ ਬਾਅਦ ਤਾਂ ਹੀ ਤੁਹਾਡੀ ਕਾਪੀ ਹੈ ਜਿਹੜੀ ਰੁਕੀ ਹੋਈ ਹੈ। ਬੈਂਸ ਸਾਹਿਬ ਜਿਹੜੇ ਸਾਡੇ ਮੈਂਬਰ ਨੇ ਉਹ ਵਧੀਆ ਲਾਭ ਸੁਸਾਇਟੀ ਦਾ ਲੈ ਸਕਣ, ਉਹਨਾਂ ਨੂੰ ਕੋਈ ਸੁਝਾਅ ਕੀ ਦੇਣਾ ਚਾਹੁੰਦੇ? ਸਭ ਤੋਂ ਵੱਡਾ ਸੁਝਾਅ ਹੈ ਵੀ ਜਿਹੜੀ ਆਪ ਵਿੱਚ ਮੈਂਬਰਾਂ ਨੂੰ ਆਪ ਹੀ ਇਨਵੋਲਵ ਹੋਣਾ ਚਾਹੀਦਾ। ਜਿਹੜਾ ਤੁਸੀਂ ਇਹ ਸਮਝੋ ਵੀ ਕੋਆਪਰੇਟਿਵ ਸੋਸਾਇਟੀਆਂ ਹੈਗੀਆਂ, ਇਹ ਸਹਿਕਾਰੀ ਅਦਾਰੇ ਮੈਂਬਰਾਂ ਦੇ ਆਪਣੇ ਅਦਾਰੇ, ਹਰ ਮੈਂਬਰ ਨੂੰ ਜਿਹੜਾ ਇਹਦੇ ਵਿੱਚ ਐਕਟਿਵਲੀ ਮਤਲਬ ਪਾਰਟਿਸਿਪੇਟ ਕਰਨਾ ਚਾਹੀਦਾ। ਔਰ ਇਕੱਲਾ ਮੈਂਬਰ ਜਿਹੜਾ ਹੈਗਾ ਉਹ ਜਿੱਦਾਂ ਅਸੀਂ ਕਹਿੰਦੇ ਆ ਵੀ ਜਿਸ ਤਰ੍ਹਾਂ ਗੁਰਦੁਆਰੇ 'ਚ ਜਾ ਕੇ ਸੇਵਾ ਕਰਦੇ ਹਾਂ, ਸੇਵਾ ਦੀ ਭਾਵਨਾ ਨਾਲ ਅਗਰ ਕੰਮ ਕਰੀਏ ਤੇ ਉਹੀ ਚੀਜ਼ ਸਾਨੂੰ ਬਹੁਤ ਵਧੀਆ ਲੱਗਦੀ ਆ। ਜੇ ਅਗਰ ਤੁਸੀਂ ਬਾਹਰੋਂ ਕਹੀ ਜਾਓਗੇ ਵੀ ਲੈ ਵੀ ਆਹ ਜਿਹੜੀਆਂ ਇਹ ਮੇਰੀ ਸੁਸਾਇਟੀ ਦੇ ਵਿੱਚ ਇਹ ਨਹੀਂ ਹੋ ਰਿਹਾ, ਲੇਕਿਨ ਜੇ ਤੁਸੀਂ ਆਪ ਇਨਵੋਲਵ ਹੋਵੋਗੇ ਵਿੱਚ, ਤੁਸੀਂ ਆਪ ਹੀ ਖੁਦ ਪਾਰਟਿਸਿਪੇਟ ਕਰੋਗੇ ਤੇ ਸਹਿਕਾਰੀ ਸਭਾਵਾਂ ਦਾ ਕੰਮ ਵਧੀਆ ਹੋ ਸਕਦਾ। ਦੂਜੀ ਗੱਲ, ਜਿਹੜੀ ਪ੍ਰਬੰਧਕ ਕਮੇਟੀਆਂ ਦੇ ਮੈਂਬਰਸ ਨੇ, ਜਿਹੜੇ ਉਹ ਮੈਂਬਰ ਚੁਣ ਕੇ ਕੰਮ ਕਰੋ ਜਿਹੜੇ ਆਪਣੀ ਸਵੈ ਇੱਛਾ ਅਨੁਸਾਰ ਇਮਾਨਦਾਰੀ ਦੇ ਨਾਲ ਮੋਰੇ ਮਤਲਬ ਵੀ ਆਪਣਾ ਸਮਾਂ ਗਵਾ ਕੇ ਜਿਹੜੇ ਕੁਝ ਕੰਮ ਕਰ ਸਕਣ, ਤਾਂ ਕਿ ਜਿਹੜਾ ਮਤਲਬ ਵੀ ਹੈਗਾ ਜਿਹੜੀ ਸਹਿਕਾਰੀ ਸਭਾਵਾਂ ਤਰੱਕੀ ਕਰ ਸਕਦੀਆਂ। ਜਿੱਦਾਂ ਚੌਹਾਨ ਸਾਹਿਬ ਤੁਸੀਂ ਪਹਿਲਾਂ ਕਿਹਾ ਸੀ ਇਕੱਲਾ 1 ਤੇ 2 11, ਇਕੱਲਾ ਬੰਦਾ ਜਿਹੜਾ ਉਹ ਕੰਮ ਨਹੀਂ ਕਰ ਸਕਦਾ।
ਜਿਹੜੇ 2 ਬੰਦੇ ਜਾਂ ਰਲ ਕੇ ਬੈਠ ਕੇ ਕੰਮ ਕਰ ਸਕਦੇ ਆ। ਹਰੇਕ ਸਮੱਸਿਆ ਦਾ ਹੱਲ ਸਹਿਕਾਰੀ ਸਭਾਵਾਂ ਰਾਹੀਂ ਕੀਤਾ ਜਾ ਸਕਦਾ। ਜੇ ਇੱਕ ਸੂਰਜ ਦੀ ਕਿਰਨ ਤਾਂ ਇੱਕ ਰੋਸ਼ਨੀ ਦਿੰਦੀ ਆ, ਜੇਕਰ ਸੂਰਜ ਦੀਆਂ ਕਿਰਨਾਂ ਇਕੱਠੀਆਂ ਹੋ ਕੇ ਅਸੀਂ ਫੋਕਸ ਕਰੀਏ ਤਾਂ ਅੱਗ ਲਾ ਸਕਦੀਆਂ। ਜਿਹੜੀ ਸਹਿਕਾਰੀ ਸਭਾਵਾਂ ਵੀ ਨੇ, ਇਸ ਤਰ੍ਹਾਂ ਅਗਰ ਜੇ ਸਾਰੇ ਮੈਂਬਰਸ ਇਕੱਠੇ ਹੋ ਕੇ ਕੋਈ ਵੀ ਡਿਸੀਜਨ ਲੈ ਦੇਣ, ਕੋਈ ਵੀ ਵੱਡੇ ਤੋਂ ਵੱਡਾ ਮਸਲਾ ਜਿਹੜਾ ਉਹ ਸਹਿਕਾਰਤਾ ਰਾਹੀਂ ਹੱਲ ਹੋ ਸਕਦਾ। ਇਹਦੇ 'ਚ ਕੋਈ ਦੋ ਰਾਏ ਨਹੀਂ ਜੀ। ਬੈਂਸ ਸਾਹਿਬ, ਪੂਰੇ ਪੰਜਾਬ ਦੇ ਵਿੱਚ ਦੇਖਿਆ ਕਿ ਦੁਆਬੇ ਦੇ ਵਿੱਚ ਜਿਹੜੀਆਂ ਸੁਸਾਇਟੀਆਂ ਨੇ ਉਹ ਬਹੁਤ ਵਧੀਆ ਚੱਲ ਰਹੀਆਂ ਨੇ, ਬਹੁਤ ਵਧੀਆ ਕੰਮ ਕਰ ਰਹੀਆਂ ਨੇ। ਉਹਨਾਂ ਦੇ ਕੋਲ ਹਰ ਚੀਜ਼, ਮਤਲਬ ਮਸ਼ੀਨਰੀ ਵੀ ਹੈ, ਬਹੁਤ ਵਧੀਆ ਲਾਭ ਵੀ ਖੱਟ ਰਹੀਆਂ ਨੇ। ਥੋੜੇ ਆਲੇ ਦੁਆਲੇ ਜੇ ਅਸੀਂ ਝਾਤ ਮਾਰਦੇ ਹਾਂ ਇੱਧਰ ਮਾਲਵੇ ਦੇ ਵਿੱਚ, ਤਾਂ ਉਹ ਸੁਸਾਇਟੀਆਂ ਇੰਨੀਆਂ ਜ਼ਿਆਦਾ ਕਾਮਯਾਬ ਨਹੀਂ ਹੈ। ਕੀ ਇਹਦੇ ਵਿੱਚ ਕੀ ਪ੍ਰੋਬਲਮ ਆ ਰਹੀ ਹੈ? ਇਹਦੇ ਵਿੱਚ ਤੇ ਮੈਂ ਪਹਿਲਾਂ ਜਿਸ ਤਰ੍ਹਾਂ ਗੱਲ ਕੀਤੀ, ਮੈਂਬਰਸ ਦੀ ਐਕਟਿਵ ਪਾਰਟਿਸਿਪੇਸ਼ਨ ਹੈ ਜੀ। ਜੇ ਤੁਸੀਂ ਪਾਰਟਿਸਿਪੇਟ ਕਰਦੇ ਹੋ ਤੇ ਤੁਹਾਡੀ ਸੁਸਾਇਟੀ ਚੰਗੀ ਚੱਲਦੀ ਹੈ, ਜੇ ਨਹੀਂ ਕਰਦੇ ਹੋ ਤੇ ਤੁਹਾਡੀ ਜਿਹੜੀ ਸੁਸਾਇਟੀ ਨਹੀਂ ਚੱਲਦੀ। ਮੈਂਬਰਾਂ ਨੂੰ ਚਾਹੀਦਾ ਵੀ ਉਹ ਵੱਧ ਤੋਂ ਵੱਧ ਇਹਨਾਂ ਦਾ ਸਕੀਮਾਂ ਦਾ ਫਾਇਦਾ ਲੈਣ ਔਰ ਆਪ ਇਨਵੋਲਵ ਹੋ ਕੇ ਸਾਰਾ ਜਿਹੜਾ ਐਕਟਿਵ ਪਾਰਟਿਸਿਪੇਸ਼ਨ ਕਰਨ ਤੇ ਕੰਮ ਚੱਲੇਗਾ। ਇੱਕ ਰਿਵੋਲਵਿੰਗ ਕੈਸ਼ ਕ੍ਰੈਡਿਟ ਸਕੀਮ ਸੀ ਤੁਹਾਡੀ, ਇਹ ਕੀ ਹੈ? ਰਿਵੋਲਵਿੰਗ ਕੈਸ਼ ਕ੍ਰੈਡਿਟ ਲਿਮਿਟ ਚੌਹਾਨ ਸਾਹਿਬ, ਅਸੀਂ ਜਿਹੜੇ ਫਾਰਮਰਸ ਦੀ, ਜਿਸ ਤਰ੍ਹਾਂ ਕੋਈ ਪਹਿਲੇ ਆੜਤੀਆਂ ਤੋਂ ਕਰਜ਼ਾ ਲੈ ਲੈਂਦੇ ਸੀ, ਕਰਜ਼ੇ ਦੇ ਬੋਝ ਥੱਲੇ ਫਸ ਜਾਂਦੇ ਸੀ, ਕਰਜ਼ਾ ਮੋੜ ਨਹੀਂ ਸੀ ਸਕਦੇ, ਔਰ ਜੇ ਉਹ ਮਤਲਬ ਇਹ ਸਹਿਕਾਰੀ ਸਭਾਵਾਂ ਰਾਹੀਂ ਅਸੀਂ ਉਹ ਸਕੀਮ ਨੂੰ ਅੱਗੇ ਕਰੀਏ ਤਾਂ ਉਹ ਬਿਲਕੁਲ ਅੱਗੇ ਕਾਮਯਾਬ ਹੋ ਸਕਦੀ ਹੈ। ਹਾਂ ਬਿਲਕੁਲ ਜੀ। ਬੈਂਸ ਸਾਹਿਬ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਕਿ ਸਹਿਕਾਰੀ ਸਭਾਵਾਂ ਵੱਲੋਂ ਕਿਸਾਨਾਂ ਨੂੰ ਕਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ। ਤੁਹਾਡਾ ਇੰਨੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।